दे
कर अस प्यासी मैं फिरो 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 कब पे खो गोपाल कब पे खो गोपाल अस प्यासी मैं फिरो अस प्यासी मैं फिरो अस प्यासी मैं फिरो है कोई सजन संत जान है कोई सजन संत जान है कोई सजन संत जान नानक प्रभु मिलन अस प्यासी मैं फिरो अस प्यासी मैं फिरो अस प्यासी अस प्यासी मैं फिरो अस प्यासी मैं फिरो अस प्यासी मैं फिरो अस प्यासी प्यासी
प्यासी मैं, है कोई साजन संत जार, है कोई साजन संत, है कोई है कोई साजन संत जान, है कोई साजन संत दपद गप गप दा गप रे सा रे सा दा पा रे सा रे गा रे रे गा pa ga re sa re ga pa ga re ga pa da ga pa ga pa da sa pa ga re sa ba da sa la 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 da ba है कोई साजन संत जान, है कोई साजन संत जान, नानक प्रभु मिलन हार, आस पे आसी मैं फेरा, आस पे आसी मैं फेरा, आस पे आसी, आस पे आसी, आस पे हर की वड्याई वड्डी है, हर की वड्याई वड्डी है, हर की वड्याई वड्डी है, हर कीर्तन हर का, हर कीर्तन
हर का हर की वड्याई वड्डी है। हर की वड्याई वड्डी है। हर कीर्तन हर का हर कीर्तन हर का हर की वड्याई वड्डी है। हर की वड्याई वड्डी है। न्याय है धर्म का। न्याय है धर्म का। हर की वड्याई वड्डी है। न्याय है धर्म का। हर कीर्तन हर का। हर कीर्तन हर का। हर की वड्याई वड्डी है। हर कीर्तन हर का। हर कीर्तन हर का। हर की वड्याई वड्डी है। हर की वड्याई वड्डी है। जहाँ फल है जी का। जहाँ फल है जी का।
ਹਰ ਕੀਰਤਨ ਹਰ ਕਾ, ਹਰ ਕੀਰਤਨ ਹਰ ਕਾ, ਹਰ ਕੀਰਤਨ ਹਰ ਕਾ। ਹਰ ਕੀ ਵਡਿਆਈ ਵੱਡੀ ਹੈ, ਹਰ ਕੀ ਵਡਿਆਈ ਵੱਡੀ ਹੈ, ਜਾਨਾ ਸੁਣੀ ਚੁਗਲ ਕਾ, ਜਾਨਾ ਸੁਣੀ ਕਹਿਆ ਚੁਗਲ ਕਾ, ਹਰ ਕੀਰਤਨ ਹਰ ਕਾ, ਹਰ ਕੀਰਤਨ ਹਰ ਕਾ, ਹਰ ਕੀ ਵਡਿਆਈ ਵੱਡੀ ਹੈ, ਹਰ ਕੀਰਤਨ ਹਰ ਕਾ, ਹਰ ਕੀਰਤਨ ਹਰ ਕਾ। ਹਰ ਕੀ ਵਡਿਆਈ ਵੱਡੀ ਹੈ, ਹਰ ਕੀ ਵਡਿਆਈ ਵੱਡੀ ਹੈ, ਅਪੁੱਛਿਆ ਦਾਨ ਦੇਵ ਕਾ, ਅਪੁੱਛਿਆ ਦਾਨ ਦੇਵ ਕਾ, ਪੁੱਛਿਆ ਦਾਨ ਦੇਵ ਕਾ, ਹਰ ਕੀਰਤਨ ਹਰ ਕਾ, ਹਰ ਕੀਰਤਨ ਹਰ ਕਾ, ਹਰ ਕੀ ਵਡਿਆਈ ਵੱਡੀ ਹੈ, ਹਰ ਕੀ ਵਡਿਆਈ
वड्डी है। हर कीर्तन हर का, हर कीर्तन हर का। हर की वड्याई वड्डी है। हर की वड्याई वड्डी है। हर कीर्तन हर का, हर कीर्तन हर का। हर की वड्याई वड्डी है। जान्याओ है धर्म का, हर की वड्याई वड्डी है। जहाँ फल है जी का, जहाँ फल है जी का। हर की वड्याई वड्डी है। जा ना सुने कहया चुगल का, हर की वड्याई वड्डी है। जा ना सुने कहया चुगल का, हर की वड्याई वड्डी है। पुछया दान देव का, हर कीर्तन हर का। हर कीर्तन सुने, हर कीर्तन सुने। हर कीर्तन गावे, हर कीर्तन सुने। हर कीर्तन गावे, तिस जन दुख निकट नहीं आवे। कीरत प्रभ की गाओ मेरी रसना, हर की वड्याई वड्डी है। कीरत प्रभ की गाओ मेरी रसना। पौड़ी वड किया वड्याइयां, पौड़ी वड किया वड्याइयां। किछ कहना कहन ना जाए, सो करता सो करता कादर करीम। सो करता कादर करीम।
ਤੇ ਜੀਆਂ ਰਿਜਕ ਸੰਭਾਲ ਅਪੁੱਛਿਆ ਦਾਨ ਦੇਵ ਕਾ ਦੇ ਜੀਆਂ ਰਿਜਕ ਸੰਭਾਲ ਸਾਈ ਕਾਰ ਕਵਾਵਣੀ ਤੁਰ ਛੋਡੀ ਤਿੰਨੇ ਪਾ ਦਾਤਾ ਕਰਤਾ ਆਪ ਤੂੰ ਦਾਤਾ ਦਾਤਾ ਕਰਤਾ ਆਪ ਤੂੰ ਤੁਸ ਦੇਵੇਂ ਕਰੇ ਪਸਾ ਤੂੰ ਜਨੋਈ ਸਭ ਸੇ ਹਰ ਕੀ ਵਡਿਆਈ ਵੱਡੀ ਹੈ ਹਰ ਕੀਰਤਨ ਹਰ ਕਾ ਜਦੋਂ ਕੀਰਤੀ ਦੇ ਖੇਤਰ ਵਿੱਚ ਜਾਣਾ ਹੈ ਤਾਂ ਫੈਸਲਾ ਕਰਨਾ ਔਖਾ ਹੋ ਜਾਂਦਾ ਹੈ। ਕਿੰਦੀ ਸਿਫਤ ਕੀਰਤੀ ਦਾ ਅਰਥ ਤਾਂ ਸਿਫਤ ਹੈ। ਤੇ ਕੀਰਤਨ ਦਾ ਅਰਥ ਵੀ ਉਹ ਢੰਗ ਉਹ ਵਸੀਲਾ ਹੈ ਜਿੰਦੇ ਵਿੱਚ ਸਿਫਤਾਂ ਹੋਣ। ਕੀਰਤ ਤੋਂ ਲਫ਼ਜ਼ ਕੀਰਤਨ ਬਣਿਆ ਹੈ। ਲਗਾਤਾਰ ਕੰਟੀਨਿਊ ਜਦੋਂ ਸਿਫਤਾਂ ਕੀਤੀਆਂ ਜਾਣ ਉਸ ਨੂੰ ਕੀਰਤਨ ਆਖਦੇ ਨੇ। ਕੀਰਤ ਲਫ਼ਜ਼ ਤੋਂ ਬਣਿਆ ਹੈ। ਕੀਰਤ ਦਾ ਅਰਥ ਹੈ ਸਿਫਤ ਸਲਾਹ। ਸਮਾਜ ਵਿੱਚ ਸਿਫਤ ਸਲਾਹ ਹਰ ਥਾਵੇਂ ਹੋ ਰਹੀ ਹੈ। ਸਿਆਸੀ ਮੰਚ ਤੇ ਜਾਓ, ਉੱਥੇ ਵੀ ਸਿਫਤ ਸਲਾਹ ਹੈ। ਬਲਕਿ ਸਿਫਤਾਂ ਅਣਸੁਖਾਵੀਆਂ ਸਿਫਤਾਂ, ਅਣਚਾਹੀਆਂ ਸਿਫਤਾਂ, ਅਣਹੋਣੀਆਂ ਸਿਫਤਾਂ ਲਗਾਤਾਰ ਕੀਤੀਆਂ ਜਾਂਦੀਆਂ ਨੇ ਸਿਆਸੀ ਮੰਚ ਤੇ। ਮਨੁੱਖੀ ਸਿਫਤਾਂ ਜਿਸ ਵਿੱਚ ਉਹ ਗੁਣ ਨਾ ਹੋਣ ਜਿਸ ਨੂੰ ਅਸੀਂ ਦੂਜੇ ਲਫ਼ਜ਼ਾਂ ਵਿੱਚ ਖੁਸ਼ਾਮਦ ਆਖਦੇ ਹਾਂ, ਉਹ ਸਿਫਤਾਂ ਵੀ ਹੋ ਰਹੀਆਂ ਨੇ ਸਮਾਜ ਵਿੱਚ। ਸਮਾਜ ਦੇ ਮੰਚ ਤੇ ਸਿਫਤਾਂ ਖਰੀਦੀਆਂ ਵੀ ਜਾਂਦੀਆਂ ਨੇ, ਐਸੀ ਗੱਲ ਨਹੀਂ ਕਿ ਦੁਨੀਆ ਸਿਫਤਾਂ ਕਰਦੀ ਹੈ, ਸਿਫਤਾਂ ਖਰੀਦੀਆਂ ਵੀ ਜਾਂਦੀਆਂ ਨੇ। ਕਈ ਲੋਕ ਭਰੇ ਦੀਵਾਨਾਂ ਵਿੱਚ ਇਸ ਲਈ ਇੱਕ ਦੂਜੇ ਤੋਂ ਵੱਧ ਚੜ੍ਹ ਕੇ ਦਾਨ ਕਰਦੇ ਨੇ ਤਾਂ ਕਿ ਮੇਰੀ ਸਿਫਤ ਹੋਵੇ, ਤੇ ਜਿਹੜਾ ਲੈਣ ਵਾਲਾ ਹੈ ਉਹ ਦਾਨ ਦੀ ਸਿਫਤ ਕਰਦਾ ਹੈ, ਦਾਨੇ ਦੀ ਸਿਫਤ ਕਰਦਾ ਹੈ। ਕਈ ਵਾਰੀ ਮਨੁੱਖ ਪੈਸੇ ਨਾਲ, ਦੌਲਤ ਨਾਲ ਸਿਫਤਾਂ ਖਰੀਦਦਾ ਹੈ, ਲੋਕ ਮੇਰੀ ਸਿਫਤ ਕਰਨ। ਪਰ ਮੈਂ ਇਸ ਵਿਸਥਾਰ ਵਿੱਚ ਨਾ ਜਾਵਾਂ। ਅੱਜ ਜਿਸ ਦੀਆਂ ਸਿਫਤਾਂ ਦਾ ਮਸਲਾ ਹੈ ਉਹ ਅਸੀਂ ਸਮਝਣਾ ਹੈ ਕਿ ਸਿਫਤਾਂ ਦਾ ਹੱਕਦਾਰ ਕੌਣ ਹੈ।
ਆਪਾਂ ਰੱਬ ਰੱਬ ਕਰੀ ਜਾਂਦੇ ਹਾਂ, ਸਦੀਆਂ ਤੋਂ ਕਰੀ ਜਾਂਦੇ ਹਾਂ, ਰੋਜ਼ ਕਰੀ ਜਾਂਦੇ ਹਾਂ। ਹਰ ਮੰਦਰ, ਹਰ ਮਸਜਿਦ ਵਿੱਚ ਬੈਠ ਕੇ, ਹਰ ਚਰਚ ਵਿੱਚ ਬੈਠ ਕੇ, ਹਰ ਗੁਰਦੁਆਰੇ ਵਿੱਚ ਬੈਠ ਕੇ ਕਰੀ ਜਾਂਦੇ ਹਾਂ। ਇਹ ਰੱਬ ਦਾ ਘਰ ਹੈ। ਧਰਮ ਅਸਥਾਨ ਜਿੰਨੇ ਨੇ ਉਹਨਾਂ ਨੂੰ ਅਸੀਂ ਰੱਬ ਦਾ ਘਰ ਮੰਨਦੇ ਹਾਂ। ਤੇ ਇਹ ਇੱਕ ਸੁਭਾਵਿਕ ਜਿਹੀ ਗੱਲ ਹੈ, ਜਿਸ ਦੇ ਘਰ ਜਾਓ ਉਹਦੀ ਸਿਫਤ ਕਰੀਦੀ ਹੈ। ਖੋਰੇ ਇਸੇ ਲਈ ਕਰੀ ਜਾਂਦੇ। ਉਹੀ ਗੱਲ ਜਿਹੜੀ ਗੁਰਦੁਆਰੇ ਜਾ ਕੇ ਰੱਬ ਦੀ ਕਰਨੇ ਆ, ਬਾਹਰ ਨਹੀਂ ਕਰਦੇ, ਕਿਉਂਕਿ ਉੱਥੇ ਜਾ ਕੇ ਕਰਨੀ ਸੀ, ਰੱਬ ਦਾ ਘਰ ਜੋ ਹੋਇਆ। ਪਰ ਕਰਨੇ ਆ ਰੱਬ ਦੇ ਘਰ ਵਿੱਚ ਜਾ ਕੇ, ਰੱਬ ਦੀਆਂ ਗੱਲਾਂ ਕਰਨੇ ਆ। ਤੇ ਇਹੋ ਜਿਹੇ ਰੱਬ ਦੇ ਘਰ ਇੱਕ ਨਹੀਂ, ਦੋ ਨਹੀਂ, ਬੜੇ ਨੇ ਸੰਸਾਰ ਅੰਦਰ। ਜੇ ਗਿਣਤੀ ਕਰਨ ਲੱਗੀਏ ਤੇ ਹੋ ਸਕਦਾ ਹੈ ਅਸੰਭਵ ਹੋ ਜਾਏ। ਬਦਲਵੇਂ ਰੂਪ ਵਿੱਚ ਵੱਖ-ਵੱਖ ਨਾਮਾਂ ਥੱਲੇ ਰੱਬ ਦੇ ਕਿੰਨੇ ਕੁ ਘਰ ਬਣ ਗਏ ਨੇ ਤੇ ਦਿਨ ਬ ਦਿਨ ਵੱਧ ਰਹੇ ਨੇ। ਉਹਨਾਂ ਸਾਰੇ ਹੀ ਰੱਬ ਦੇ ਘਰਾਂ ਵਿੱਚ ਰੱਬ ਦੀਆਂ ਸਿਫਤਾਂ ਹੋ ਰਹੀਆਂ ਨੇ। ਪਰ ਮਨੁੱਖ ਸਿਫਤਾਂ ਨੂੰ ਜਾਣਦਾ ਨਹੀਂ। ਸਿਫਤਾਂ ਦਾ ਕਾਰਨ ਕੀ ਹੈ? ਤੇ ਜੇ ਕਦੀ ਜਾਣ ਲੈ ਤਾਂ ਹੋ ਸਕਦਾ ਸਿਫਤ ਕਰੇ ਹੀ ਨਾ। ਹੈ ਆ ਉਹਦੇ ਚ ਸਿਫਤ ਹੈ, ਫਿਰ ਮੈਂ ਨਹੀਂ ਕਰਨੀ, ਕਿਉਂਕਿ ਮੈਂ ਤੇ ਇਹ ਕੰਮ ਕਰ ਨਹੀਂ ਸਕਦਾ, ਮੈਨੂੰ ਪੁੱਜਦਾ ਹੀ ਨਹੀਂ, ਮੈਨੂੰ ਮੁਆਫਕ ਹੀ ਨਹੀਂ। ਮੈਂ ਚਾਹਨਾ 5 ਲਾਈਨਾਂ ਦਾ ਸ਼ਬਦ ਹੈ, ਅਸੀਂ ਜ਼ਰਾ ਇਸ ਨੂੰ ਵਿਚਾਰ ਲਈਏ। ਕਹਿੰਦੇ ਨੇ ਹਰੀ ਦੀ ਕੀਰਤ ਕੋਈ ਕਿਉਂ ਕਰੇ? ਹਰੀ ਦਾ ਕੀਰਤਨ ਕੋਈ ਕਿਉਂ ਕਰੇ? ਹਾਲਾਂਕਿ ਗੁਰਮਤਿ ਦੇ ਖੇਤਰ ਵਿੱਚ ਹਰੀ ਦੇ ਕੀਰਤਨ ਤੋਂ ਇਲਾਵਾ ਜਿਸ ਥਾਂ ਤੇ ਕਿਸੇ ਹੋਰ ਮਨੁੱਖ ਦੀ ਕਿਸੇ ਲੋੜ ਪਿੱਛੇ, ਖੁਸ਼ਾਮਦ ਪਿੱਛੇ, ਜ਼ਰੂਰਤ ਪਿੱਛੇ ਸਿਫਤ ਹੁੰਦੀ ਹੈ, ਕੀਰਤਨ ਕੀਰਤੀ ਹੁੰਦੀ ਹੈ, ਗੁਰੂ ਨੂੰ ਪ੍ਰਵਾਨ ਨਹੀਂ। ਗੁਰਬਾਣੀ ਦਾ ਇੱਕ ਲਫ਼ਜ਼ ਹੈ, ਸ਼ਬਦ ਹੈ, ਤੀਰਥ ਜੋ तीर्थ जाओ तो हो करते, पंडित पूछो तो माया रते, सो स्थान बताओ मीता, सो स्थान बताओ मीता, जहाँ के हर हर कीर्तन नीता। गुरु ਨੂੰ ਵੀ ਪੁੱਛਣਾ ਪੈ ਰਿਹਾ, ਮੈਨੂੰ ਉਹ ਥਾਂ ਦੱਸੋ। ਮੈਂ ਤੀਰਥਾਂ ਦੀ ਗੱਲ ਨਹੀਂ ਕਰਦਾ, ਗੁਰੂ ਕਹਿ ਰਿਹਾ। ਗੁਰਬਾਣੀ ਦੀ ਜਦੋਂ ਕਿਸੇ ਲਾਈਨ ਤੇ ਖਲੋ ਜਾਣਾ, ਬਹੁਤ ਕੁਝ ਸਮਝਣ ਨੂੰ ਮਿਲਦਾ ਹੈ। ਗੁਰੂ ਕਹਿੰਦਾ ਮੈਂ ਤੀਰਥਾਂ ਦੀ ਗੱਲ ਨਹੀਂ ਕਰ ਰਿਹਾ, ਮੈਂ ਸਿਫਤਾਂ ਕਰਨ ਵਾਲਿਆਂ ਦੀ ਗੱਲ, ਜਿਹੜੇ ਮਨਾਪਲੀ ਸਿਫਤਾਂ ਦੀ ਬਣਾਈ ਬੈਠੇ ਨੇ, ਮੈਂ ਉਹਨਾਂ ਦੀ ਗੱਲ ਵੀ ਨਹੀਂ ਕਰ ਰਿਹਾ, ਕਿਉਂਕਿ ਉਹ ਵੀ ਉਹਨਾਂ ਦੀਆਂ ਸਿਫਤਾਂ ਦੌਲਤ ਨਾਲ ਖਰੀਦੀਆਂ ਜਾ ਸਕਦੀਆਂ ਨੇ। ਪੰਡਿਤ ਪੁੱਛੋ ਤੋਂ ਮਾਇਆ ਰਾਤੇ, ਜਿਹੜਾ ਕੋਈ ਦੇ ਦੇਵੇ ਉਹਦੀ ਸਿਫਤਾਂ ਕਰੀ ਜਾਣੀਆਂ।
ਕਰਨ ਵਾਲੇ ਤੇ ਜਿੱਥੇ ਕੀਤੀਆਂ ਜਾ ਰਹੀਆਂ ਨੇ ਮੇਰੇ ਸਾਹਮਣੇ ਸ਼ੱਕੀ ਹੋ ਚੁੱਕੇ ਨੇ। ਗੁਰੂ ਕਹਿੰਦਾ तीर्थ जाओ तो हों करते, पंडित पूछो तो माया। रोजाना जीवन ਦੀਆਂ ਗੱਲਾਂ ਨੇ। ਹੁਣ ਹੌਲੀ ਹੌਲੀ ਕੁਝ ਕੁ ਵੀਰਾਂ ਵਿੱਚ ਟਲਿਆ, ਨਹੀਂ ਤੇ ਬੜਾ ਸੁਭਾਅ ਸੀ ਕੀਰਤਨੀਏ ਸਿੰਘਾਂ ਨੂੰ ਵੀ। ਜਦੋਂ ਕੋਈ ਮਾਇਆ ਰੱਖਦਾ ਸੀ ਉਹਦਾ ਨਾਂ ਪੁੱਛਣਾ, ਤੇ ਇਹ ਆਮ ਰਿਵਾਜ਼ ਵੀ ਹੋ ਗਿਆ ਸੀ ਕਿ ਮਾਇਆ ਰੱਖਣ ਨਾਲ ਨਾਂ ਕਿਉਂ ਨਹੀਂ ਲਿਆ। ਦੱਸਦੀਆਂ ਹੰਡਾਈਆਂ ਹੋਈਆਂ ਗੱਲਾਂ ਨੇ ਆਪਣੇ ਮੰਚ ਤੇ। ਪੂਰੇ ਬੀਤ ਗਏ। ਇਸ ਲਈ ਅਰਦਾਸ ਕਰਨੀ ਛੱਡ ਦਿੱਤੀ ਸੀ। ਜੇ ਅਰਦਾਸ ਇੱਕ ਖਰੀਦਦਾਰੀ ਹੈ ਤੇ ਫਿਰ ਨਾ ਕਰੋ, ਗੁਰੂ ਜਾਣਦਾ ਹੈ। ਛੱਡ ਦਿੱਤੀ ਸੀ। ਮਾਇਆ ਦੀ ਕਦੀ ਅਰਦਾਸ ਨਹੀਂ ਕੀਤੀ। ਵਰੇ ਬੀਤ ਗਏ। ਮੈਂ ਕੋਲ 40 ਸਾਲ ਗੁਜ਼ਰ ਗਏ, ਕਿਉਂਕਿ ਸਾਡੇ ਸਾਹਮਣੇ ਸਵਾਲ ਆਉਂਦਾ ਸੀ, ਤੁਸੀਂ ਫਲਾਣੇ ਦਾ ਨਾਮ ਲੈ ਕੇ ਅਰਦਾਸ ਕਿਉਂ ਨਹੀਂ ਕੀਤੀ? ਪਤਾ ਲੱਗਣਾ ਚਾਹੀਦਾ। ਤੇ ਫਿਰ ਮਾਇਆ ਦੀ ਅਰਦਾਸ ਕਰਨ ਵਾਲੇ ਉਸਦੇ ਸੋਹਲੇ ਵੀ ਗਾਏ ਜਾਂਦੇ ਸਨ। ਤੇ ਗੁਰੂ ਨੇ ਆਖਿਆ ਬਸ ਮੈਨੂੰ ਦੋਨੋਂ ਚੀਜ਼ਾਂ परवान नहीं। तीर्थ जाओ तो हो करते, पंडित पूछो तो माया रहते। कहने लगे लोगों मैनू दसो कोई ठिकाना है। गुरु नू इन्ने गुरुद्वारे, इन्ने मंदिर, इन्ने ठाकर द्वारे, इन्ने शिव दुआले, इन्नियां मस्जिदां, इन्ने चर्च, इन्हां विचों अजे तक गुरु नू लभ्या ही कोई नहीं। अजे कहंदा मैनू दसो। सो स्थान बताओ ओ मित्रो, मैनू कोई थां दसो जिथे केवल रब दी सिफत हुंदी होवे। जिथे किसी कोई खरीद ना सकता होवे सिफत। सो स्थान बताओ मीता जंके हर हर कीर्तन लीता। बस केवल हरि दा कीर्तन, उनकी सिफत सलाह। कहने लगे शास्त्र वेद पाप पुण्य विचार, नरक सुर्ग फिर अवतार। पाप पुण्य जी को जंजाल। सारा कुछ जंजाल ही बन गया। पाप ते पुण्य दे विचार कर करके दसन वाला एक नवा जंजाल खड़ा कर बैठा। सारी जिंदगी उन्होंने कर्म कांडा में पा दिंदा है। आ कर्म करेगा नरक में जावेगा, आ कर्म करेगा स्वर्ग में। मनुख कर्म करता है तो केवल नरक सुर्ग के जंजाल में फसिया ही करी जाता है, किते नरक में ना चला जा। भला मेरे हथों स्वर्ग की दावेदारी ना खुस जाए। भगती तो केवल इस जंजाल में फस के रह गई। कर्म करत जी को जंजाल। जिन्ने कर्म कर रहे सी जीव लई जंजाल ही बनते जा रहे सन। मनुख कर्म कर रहे हैं धर्म के नाम थले, पर जंजाल में फसिया होया कर रहे हैं। जिन्हें कोई हो गुरु ने आख्या मैनू वो स्थान दसो जिथे हरि दी कीर्ति हुंदी होवे। जी फिर जे हरि दी कीर्ति दा मसला है तो मैनू पता भी होना चाहिए हरि क्यों जे ताई उनकी सिफत करा। जे पता लग जाए तो हो सकता है मनुख सिफत छड़ देवे रब दी। जे उन्हें पता लग जाए करी जाता है। जी को जंजाल समझ के करी जाता है, कर्म कांड समझ के करी जाता है। गुरुद्वारियां च भी हो रही है, मंदिरों में भी हो रही है, मसीतां चर्चों में भी हो रही है। लो गुरु ने 5 लाइनां विच कीर्तन पहली लाइन विच ते उस तो बाद बाकी 4 लाइनां विच सिफत की गल करदे हैं, उनके गुण समझाए। सिफतां की ने
ਮੁੱਖ ਮੁੱਖ ਸਿਫਤਾਂ ਦਾ ਜ਼ਿਕਰ ਕੀਤਾ। ਕਹਿੰਦੇ ਨੇ ਹਰ ਕੀ ਵਡਿਆਈ ਵੱਡੀ ਹੈ, ਹਰੀ ਦੀ ਵਡਿਆਈ ਵੱਡੀ ਹੈ, ਇਸ ਲਈ ਕੀਰਤਨ ਸਿਫਤਾਂ ਕੇਵਲ ਰੱਬ ਦੀਆਂ। ਹਰ ਕੀ ਵਡਿਆਈ ਵੱਡੀ ਹੈ, ਹਰ ਕੀਰਤਨ ਹਰ ਕਾ। ਕੀ ਵਡਿਆਈ ਹੈ? ਹਰ ਕੀ ਵਡਿਆਈ ਵੱਡੀ ਹੈ, ਜਾਣਿਆ ਹੈ ਧਰਮ ਕਾ। ਹਰ ਕਾ ਇੱਕ ਅਚੰਭੋ ਦੇਖਿਆ ਮੇਰੇ ਲਾਲ ਜੀਓ। ਕਹਿਣ ਲੱਗੇ ਰੱਬ ਦਾ ਇੱਕ ਅਚਰਜ ਨਜ਼ਾਰਾ ਦੇਖਿਆ ਜਿਹੜਾ ਦੁਨੀਆ 'ਚ ਨਹੀਂ ਮਿਲਦਾ, ਨਹੀਂ ਮਿਲਦਾ। ਸਿਫਤਾਂ ਹੋ ਰਹੀਆਂ ਨੇ ਪਰ ਇਹ ਸਿਫਤ ਨਹੀਂ ਮਿਲਦੀ। ਉਹ ਇਹ ਹਰ ਕਾ ਇੱਕ ਅਚੰਭੋ ਦੇਖਿਆ ਮੇਰੇ ਲਾਲ ਜੀਓ, ਜੋ ਕਰੇ ਉਹ ਜੋ ਕੁਝ ਵੀ ਕਰਦਾ ਹੈ ਸੋ ਧਰਮ ਨਿਆਏ ਰਾਮ। ਉਹਦਾ ਧਰਮ ਨਿਆਂ ਕਰਨਾ ਹੈ। ਰਾਤ ਵੀ ਬਾਬਾ ਕਬੀਰ ਜੀ ਦੀ ਲੜੀ ਵਿੱਚੋਂ ਸ਼ਬਦ ਚੱਲ ਰਿਹਾ ਸੀ। ਉਹਦੇ ਵਿੱਚ ਬਾਬਾ ਕਬੀਰ ਜੀ ਨੇ ਬੜਾ ਖੂਬ ਸਾਬਤ ਕੀਤਾ ਸੀ। ਕਹਿਣ ਲੱਗੇ ਧਰਮ ਨਾਮ ਥੱਲੇ ਅਨਿਆਏ ਹੁੰਦਾ ਹੈ। ਬਲਕਿ ਰਾਤ ਦੇ ਲਫ਼ਜ਼ ਸਨ ਕਿ ਸਦੀਆਂ ਤੋਂ, ਅੱਜ ਨਹੀਂ ਜੁਗਾਂ ਤੋਂ, ਇਹ ਨਹੀਂ ਕਿ ਅੱਜ ਤੋਂ ਜਾਂ ਅੱਜ ਦੇ ਹਾਲਾਤਾਂ ਵਿੱਚ। ਮੈਂ ਅਰਜ਼ ਕੀਤੀ ਸੀ ਕਿਹੜੀ ਅਜੀਬ ਗੱਲ ਹੈ, ਕਦੀ ਜੁਗਾਂ ਪਿੱਛੇ ਸਦੀਆਂ ਪਿੱਛੇ ਤੁਰ ਜਾਈਏ ਨਾ, ਉਦੋਂ ਹੁਣ ਨਾਲੋਂ ਧਰਮ ਦੇ ਨਾਮ ਥੱਲੇ ਅਨਿਆਏ ਜ਼ਿਆਦਾ ਸੀ, ਜ਼ਿਆਦਾ ਸੀ। ਹੁਣ ਤੇ ਫਿਰ ਵੀ ਲੋਕ ਹੌਲੀ ਹੌਲੀ ਸਮਝ ਲਏ ਨੇ, ਕੁਝ ਆਵਾਜ਼ ਉੱਠਣ ਲੱਗ ਪਈ ਹੈ ਕਿ ਧਰਮ ਵਿੱਚ ਅਨਿਆਏ ਕਿਉਂ। ਜਾਗਰਤ ਨੇ ਲੋਕ, ਹੋ ਰਹੇ ਨੇ। ਕਿਸੇ ਕਿਹੜੀ ਕੀ ਅਜੀਬ ਗੱਲ ਹੈ, ਧਰਮ ਨਾਮ ਥੱਲੇ ਸਦੀਆਂ ਪਿੱਛੇ ਤੁਰ ਜਾਈਏ ਤੇ ਲੋਕਾਂ ਦੀ ਅਜ਼ਮਤ ਇੱਜ਼ਤ ਵੀ ਲੁੱਟੀ ਜਾ ਰਹੀ ਸੀ। ਧੀਆਂ ਭੈਣਾਂ ਬੱਚੀਆਂ ਦੇਵਦਾਸੀਆਂ ਬਣਾ ਕੇ ਧਰਮ ਦੇ ਨਾਮ ਥੱਲੇ ਮੰਦਰਾਂ ਵਿੱਚ ਰੱਖ ਲਈਆਂ ਗਈਆਂ ਸਨ। ਲੋਕ ਚੁੱਪ ਸਨ ਕਿਉਂਕਿ ਧਰਮ ਦਾ ਨਾਂ ਹੈ ਨਾ, ਹੈ ਧਰਮ, ਤੇ ਲੋਕਾਂ ਦੀ ਅਜ਼ਮਤ ਲੁੱਟੀ ਜਾਏ ਧਰਮ ਦੇ ਨਾਮ ਥੱਲੇ। ਕੋਈ ਬੋਲੇ ਨਾ ਕਿਉਂਕਿ ਧਰਮ ਦਾ ਨਾਮ ਹੈ। ਰਾਤ ਦਾ ਪ੍ਰਕਰਨ ਸੀ, ਮੈਂ ਉਹਦੇ ਨਾਲ ਕੁਦਰਤੀ ਸਾਂਝ ਹੈ ਸ਼ਬਦ ਦੇ। ਮੈਂ ਕਿਹਾ ਕਿਹੜੀ ਅਜੀਬ ਗੱਲ ਹੈ, ਧਰਮ ਦੇ ਨਾਮ ਥੱਲੇ ਨਿਰੀ ਇੱਜ਼ਤ ਨਹੀਂ ਲੁੱਟੀ ਜਾ ਰਹੀ ਸੀ, ਦੌਲਤ ਵੀ ਲੁੱਟੀ ਜਾ ਰਹੀ ਸੀ। ਜੋ ਬ੍ਰਾਹਮਣ ਕਹਿ ਦੇਵੇ ਉਹ ਦਾਨ ਕਰ ਦਿਓ, ਭਾਵੇਂ ਤੁਹਾਡੇ ਬੱਚਿਆਂ ਨੂੰ ਰੋਟੀ ਮਿਲੇ ਨਾ ਮਿਲੇ, ਕਰਨਾ ਹੀ ਪਏਗਾ। ਇੱਜ਼ਤ ਵੀ ਲੁੱਟੀ ਜਾਂਦੀ ਰਹੀ, ਦੌਲਤ ਵੀ ਲੁੱਟੀ ਜਾਂਦੀ ਰਹੀ, ਕੋਈ ਨਹੀਂ ਬੋਲ ਸਕਦਾ। ਕਤਲ ਵੀ ਹੁੰਦੇ ਰਹੇ, ਬੇਇਨਸਾਫੀਆਂ ਵੀ ਹੁੰਦੀਆਂ ਰਹੀਆਂ, ਤੇ ਧਰਮ ਨਾਮ ਥੱਲੇ ਸਾਰਾ ਕੁਝ ਧਰ। ਜੇ ਬਾਬਾ ਕਬੀਰ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਗਈ, ਜੇ ਨਾਮਦੇਵ ਨੂੰ ਮਾਰਨ ਦੀ ਕੋਸ਼ਿਸ਼, ਤਾਂ ਨਾਮ ਤਾਂ ਧਰਮ ਹੀ ਸੀ ਨਾ। ਕੀ ਇਹ ਨਿਆਂ ਹੈ? ਇਹ ਇਨਸਾਫ ਹੈ? ਤੇ ਰੱਬ ਦੀ ਸਿਫਤ ਇਹ ਹੈ। ਤੇ ਜੇ ਲੋਕਾਂ ਨੂੰ ਪਤਾ ਲੱਗ ਜਾਏ ਨਾ ਰੱਬ ਦੀ ਸਿਫਤ ਇਹ ਹੈ, ਤਾਂ ਲੋਕ ਸਿਫਤ ਕਰਨੀ ਛੱਡ ਦੇਣ, ਕਿਉਂਕਿ ਉਹਨਾਂ ਧਰਮ ਨਾਮ ਥੱਲੇ ਜ਼ੁਲਮ ਕਰਨਾ ਹੈ, ਉਹਨਾਂ ਧਰਮ ਨਿਆਂ ਥੱਲੇ ਅਨਿਆਏ ਕਰਨਾ ਹੈ, ਇੱਜ਼ਤ ਲੁੱਟਣੀ ਹੈ, ਅਜ਼ਮਤ ਲੁੱਟਣੀ ਹੈ, ਦੌਲਤ ਲੁੱਟਣੀ ਹੈ। ਜੇ ਉਹਨਾਂ ਨੂੰ ਪਤਾ ਲੱਗ ਜਾਏ ਰੱਬ ਨੂੰ ਇਹ ਪ੍ਰਵਾਨ ਨਹੀਂ, ਉਹ ਕਦੀ ਰੱਬ ਦੀ ਸਿਫਤ ਨਾ ਕਰਨ। ਪਰ ਰੱਬ ਦਾ ਸੁਭਾਅ ਵੱਖਰਾ ਹੈ। ਲਓ ਆਪਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ
ਅੱਜ ਇਸ ਰੱਬ ਦੇ ਘਰ ਵਿੱਚ ਰੱਬ ਦੀ ਗੱਲ ਸਮਝਣੀ। ਰੱਬ ਨੂੰ ਕੀ ਪ੍ਰਵਾਨ ਹੈ, ਪ੍ਰਭੂ ਨੂੰ, ਹਰੀ ਨੂੰ, ਉਹਦੀ ਕੀਰਤ ਕੀ ਹੈ, ਉਹਦੀਆਂ ਸਿਫਤਾਂ ਕੀ ਨੇ। ਸਦੀਆਂ ਹੁੰਦਾ ਰਿਹਾ, ਲੋਕ ਦੇਖਦੇ ਰਹੇ। ਗੁਰੂ ਨਾਨਕ ਨੇ ਆਵਾਜ਼ ਉਠਾਈ। ਅੱਜ ਗੁਰੂ ਨਾਨਕ ਦੇ ਸਿੱਖ ਜਿਹੜੇ ਨੇ ਉਹ ਫਿਰ ਉਹ ਗੱਲ ਭੁੱਲ ਗਏ। ਅੱਜ ਦੇ ਇਸ ਮੰਚ ਤੇ ਸਿੱਖ ਸੰਪਰਦਾ, ਸਿੱਖ ਸਮਾਜ ਵਿੱਚ ਵੀ ਉਹ ਗੱਲ ਬ੍ਰਾਹਮਣ ਵਾਲੀ ਆ ਗਈ। ਅੱਜ ਵੀ ਧਰਮ ਨਾਮ ਥੱਲੇ ਦੌਲਤ ਵੀ ਲੁੱਟੀ ਜਾ ਰਹੀ ਹੈ। ਡੇਰੇ ਵੱਡੇ ਵੱਡੇ ਐਵੇਂ ਨਹੀਂ ਬਣ ਰਹੇ। ਧਰਮ ਨਾਮ ਥੱਲੇ ਇੱਜ਼ਤ ਵੀ ਲੁੱਟੀ ਜਾ ਰਹੀ ਹੈ। ਧਰਮ ਨਾਮ ਥੱਲੇ ਕਿਸੇ ਦੀ ਜ਼ਮੀਰ ਕਤਲ ਵੀ ਕੀਤੀ ਜਾ ਰਹੀ ਹੈ। ਸਭ ਕੁਝ ਉਹ ਵਕਤ ਜਿਹੜਾ ਸਦੀਆਂ ਪਹਿਲਾਂ ਸੀ ਅੱਜ ਵੀ ਆ ਗਿਆ। ਤੇ ਫਿਰ ਇਹ ਗੱਲ ਧਰਮ ਨਾਮ ਥੱਲੇ ਕਿਵੇਂ? ਰੱਬ ਨੂੰ ਤੇ ਧਰਮ ਪ੍ਰਵਾਨ ਨਹੀਂ। ਫਿਰ ਸਾਨੂੰ ਅੱਜ ਦੇ ਧਰਮੀਆਂ ਨੂੰ ਤੇ ਰੱਬ ਪ੍ਰਭੂ ਦੇ ਧਰਮ ਨੂੰ ਵੱਖ-ਵੱਖ ਕਰਨਾ ਪਏਗਾ। ਜਿੱਥੇ ਰੱਬ ਦਾ ਮਸਲਾ ਹੈ, ਪ੍ਰਭੂ ਦਾ ਮਸਲਾ ਹੈ, ਉੱਥੇ ਇਹ ਹੈ ਹਰ ਕੀ ਵਡਿਆਈ ਵੱਡੀ ਹੈ। ਦੁਨੀਆ ਦੇ ਲੋਗੋ, ਰੱਬ ਦੀ, ਪ੍ਰਭੂ ਦੀ ਸਿਫਤ ਸੁਣ ਲਓ। ਉਹ ਧਰਮ ਵਿੱਚ ਅਨਿਆਏ ਨਹੀਂ ਹੋਣ ਦਿੰਦਾ। ਉਹ ਧਰਮ ਦੇ ਨਾਮ ਥੱਲੇ ਇੱਜ਼ਤ ਤੇ ਅਜ਼ਮਤ ਨਹੀਂ ਲੁੱਟਣ ਦਿੰਦਾ, ਬਲਕਿ ਜੋ ਕਰੇ ਹਰ ਕੀ ਵਡਿਆਈ ਵੱਡੀ ਹੈ, ਜਾਣਿਆ ਹੈ ਧਰਮ ਕਾ। ਉਹਦੀ ਸਿਫਤ ਇਹ ਹੈ, ਉਹ ਧਰਮ ਦੇ ਥੱਲੇ ਨਿਆਂ ਕਰਦਾ ਹੈ, ਇਨਸਾਫੀ ਕਰਦਾ ਹੈ, ਬੇਇਨਸਾਫੀ ਨਹੀਂ। ਹਰ ਕੀ ਵਡਿਆਈ ਵੱਡੀ ਹੈ, ਜਾਂ ਫਲ ਹੈ ਜੀ का। ਜ਼ਬਾਨ ਦਾ ਨਹੀਂ, ਮਤ ਕੋਈ ਸਮਝੇ ਜ਼ਬਾਨੀ 2 ਦਿਨਾਂ ਵਿੱਚ ਅਖੰਡ ਪਾਠ ਕਰ ਲਵਾਂਗਾ ਤੇ ਫਲ ਮਿਲ ਜਾਏਗਾ। ਕੋਈ ਆਖੇ ਜ਼ਬਾਨੀ 5 ਦੀ ਥਾਂ 7 ਬਾਣੀਆਂ ਦਾ ਪਾਠ ਕਰ ਲਵਾਂਗਾ ਤੇ ਫਲ ਮਿਲ ਜਾਏਗਾ। ਨਹੀਂ, ਇਹ ਬਾਣੀ ਜੋ ਜਿਉਂ ਜਾਣੇ, ਜਿਹੜਾ ਜਿਉਂ ਹੋ ਕੇ ਕਰੇਗਾ ਫਲ ਉਹ ਮਿਲੇਗਾ। ਰੱਬ ਦਾ ਨਿਆਂ ਇਹ ਹੈ। ਹੁਣ ਸੋਚੀ ਜਾਓ, ਭਲਾ ਰੱਬ ਦੀਆਂ ਸਿਫਤਾਂ ਕਰਨ ਵਾਲੇ ਅਸੀਂ ਕੀ ਉਹਦੀਆਂ ਸਿਫਤਾਂ ਨੂੰ ਜਾਣਨੇ ਆ? ਭਾਈ ਸਾਹਿਬ, ਭਾਈ ਗੁਰਦਾਸ ਜੀ ਨੇ ਐਵੇਂ ਨਹੀਂ ਆਖ ਦਿੱਤਾ। ਕਹਿਣ ਲੱਗੇ ਕੀਰਤਨ ਕਰੀ ਜਾ, ਉਹਦੀਆਂ ਸਿਫਤਾਂ ਕਰੀ ਜਾ। ਤੂੰ ਤਾਂ ਅਜੇ ਸਿਫਤ ਸਮਝਿਆ ਹੀ ਨਹੀਂ। ਗਾਏ ਸੁਣੇ ਆਂਖੇ ਮੀਚੇ ਪਾਈਏ ਨਾ ਪਰਮ ਪਦ। ਭਾਈ ਸਾਹਿਬ ਕਹਿਣ ਲੱਗੇ ਗਾਏ ਸੁਣੇ ਆਂਖੇ ਮੀਚੇ ਪਾਈਏ ਨਾ ਪਰਮ ਪਦ, ਗੁਰ ਉਪਦੇਸ਼ ਗਏ ਜੋ ਲੋ ਨਾ ਕਮਾਈਏ। ਇੱਥੇ ਵੀ ਇਹੋ ਨੇ, ਹਰ ਕੀ ਵਡਿਆਈ ਵੱਡੀ ਹੈ, ਜਾਂ ਫਲ ਹੈ ਜੀ ਕਾ। ਹਰ ਕੀ ਵਡਿਆਈ ਵੱਡੀ ਹੈ। ਕਹਿੰਦੇ ਨੇ ਇੱਕ ਹੋਰ ਆਉਂਦੀ ਵਡਿਆਈ ਕਿ ਸੰਸਾਰ ਦੀ ਕਿਸੇ ਅਦਾਲਤ ਵਿੱਚ, ਸੰਸਾਰ ਦੇ ਕਿਸੇ ਧਾਰਮਿਕ ਪਦਵੀ ਦੇ ਸਾਹਮਣੇ ਕੋਈ ਚੁਗਲਖੋਰ ਆ ਜਾਏ ਤੇ ਕਿਸੇ ਦੀ ਸੱਚੀ ਝੂਠੀ ਚੁਗਲੀ ਕਰਕੇ ਜੋ ਮਰਜ਼ੀ ਫੈਸਲਾ ਕਰਾ ਲਵੇ, ਪਰ ਰੱਬ ਦੀ, ਹਰੀ ਦੀ ਇਹ ਆਦਤ ਨਹੀਂ। ਇਹ ਵੀ ਫੈਸਲਾ ਬਾਣੀ ਦਾ। ਉਹ ਤਾਂ ਕਿਸੇ ਚੁਗਲਖੋਰ ਦੀ ਗੱਲ ਵੀ ਨਹੀਂ ਸੁਣਦਾ। ਹੁੰਦਾ ਤੇ ਅਸਰ ਕਬੂਲਣਾ ਤਾਂ ਕਿਤੇ ਰਹਿ ਗਿਆ। ਕਹਿਣ ਲੱਗੇ ਹਰ ਕੀ ਵਡਿਆਈ ਵੱਡੀ ਹੈ, ਜਾਂ ਨਾ ਸੁਣੀ ਕਹਿਆ ਚੁਗਲ ਕਾ। ਉਹ ਤਾਂ ਕਿਸੇ ਚੁਗਲਖੋਰ ਦੀ ਗੱਲ ਵੀ ਨਹੀਂ ਸੁਣਦਾ। ਕਹਿੰਦਾ ਪਹਿਲਾਂ ਸੋਚਦਾ ਹੈ ਸੱਚ ਬੋਲ ਰਿਹਾ ਕਿ ਝੂਠ ਬੋਲ ਰਿਹਾ, ਕਿਤੇ ਐਸਾ ਤੇ ਨਹੀਂ ਸਾਚੀ ਦਰਗੇ ਬੋਲੇ ਕੂੜ। ਕੁਰਬਾਨੀ ਰੱਬ ਦੀ ਸਿਫਤ ਦੱਸ ਰਹੀ। ਜਿਹਨੇ ਹਰੀ ਕੀਰਤਨ ਕਰਨਾ, ਜਿਹਨੇ ਰੱਬ ਦੀਆਂ ਸਿਫਤਾਂ ਕਰਨੀਆਂ ਨੇ, ਪਹਿਲਾਂ ਉਹ ਜਾਣ ਲਵੇ ਰੱਬ ਦੀਆਂ ਸਿਫਤਾਂ ਕਿਹੜੀਆਂ ਨੇ। ਕਿਤੇ ਦਿਖਾਵੇ ਮਾਤਰ ਸਿਫਤਾਂ ਤਾਂ ਨਹੀਂ ਕਰ ਰਹੇ।
ਹਰ ਕੀ ਵਡਿਆਈ ਵੱਡੀ ਹੈ, ਹਰ ਕੀ ਵਡਿਆਈ ਵੱਡੀ ਹੈ, ਜਾਂ ਨਾ ਸੁਣੀ ਕਹਿਆ ਚੁਗਲ ਕਾ, ਜਾਂ ਨਾ ਸੁਣੀ ਕਹਿਆ ਚੁਗਲ ਕਾ। ਫਿਰ ਕਹਿਣ ਲੱਗੇ ਇੱਕ ਉਹਦੀ ਹੋਰ ਸਿਫਤ ਹੈ ਜਿਹੜੀ ਤੂੰ ਨਹੀਂ ਅਪਣਾ ਸਕਦਾ। ਤੂੰ ਦੇਣਾ ਹੈ, ਦਾਨ ਕਰਨਾ ਹੈ, ਭਾਵੇਂ ਗੁਰਦੁਆਰੇ ਆ ਕੇ, ਭਾਵੇਂ ਕਿਸੇ ਨੂੰ ਦਿਖਾ ਕੇ, ਕਿਉਂਕਿ ਰੱਬ ਆਪਣੀਆਂ ਸਿਫਤਾਂ ਖਰੀਦਦਾ ਨਹੀਂ, ਤੂੰ ਖਰੀਦਣੀਆਂ ਹੁੰਦੀਆਂ ਨੇ। ਉਹਦੇ ਕੋਲ ਹੈ, ਖਰੀਦਦਾ ਉਹ ਹੈ ਜਿਹਦੇ ਕੋਲ ਨਾ ਹੋਣ। ਕੋਈ ਚੀਜ਼ ਕਿਸੇ ਕੋਲ ਨਾ ਹੋਵੇ ਉਹ ਹੀ ਖਰੀਦੇਗਾ ਨਾ। ਮਨੁੱਖ ਸਿਫਤਾਂ ਖਰੀਦਦਾ ਹੈ ਕਿਉਂਕਿ ਇਹਦੇ ਕੋਲ ਹੈ ਨਹੀਂ। ਰੱਬ ਕੋਲ ਸਿਫਤਾਂ ਦਾ ਇੰਨਾ ਭੰਡਾਰ ਹੈ, ਇੰਨਾ ਭੰਡਾਰ ਹੈ, ਤੇ ਉਹਦੀਆਂ ਸਿਫਤਾਂ ਕਰਨ ਵਾਲੇ ਵੀ ਇੰਨੇ ਜ਼ਿਆਦਾ ਹੈ, ਹੁਣ ਉਹਨੂੰ ਲੋੜ ਨਹੀਂ ਪ੍ਰਤੀਤ ਹੁੰਦੀ ਕਿ ਉਹ ਸਿਫਤਾਂ ਖਰੀਦੇ। ਇਸ ਲਈ ਜਦੋਂ ਉਹ ਤੈਨੂੰ ਦਾਨ ਵੀ ਦਿੰਦਾ, ਬਖਸ਼ਾਂ ਵੀ ਤੇਰੇ ਤੇ ਕਰਦਾ ਹੈ ਨਾ, ਉਹ ਛੁਪਾ ਕੇ ਕਰਦਾ ਹੈ। ਤੇਰੇ ਕੋਲੋਂ ਪੁੱਛਦਾ ਨਹੀਂ ਤੈਨੂੰ ਕੀ ਲੋੜ ਹੈ, ਮੈਂ ਤੈਨੂੰ ਦਿਆਂ। ਜੇ ਤੈਨੂੰ ਪਤਾ ਲੱਗ ਗਿਆ ਕਿ ਮੈਨੂੰ ਦੇ ਰਿਹਾ ਤੇ ਤੂੰ ਉਹਦੀ ਸਿਫਤ ਕੀਤੀ, ਫਿਰ ਤਾਂ ਉਹਨੇ ਸਿਫਤ ਖਰੀਦ ਲਈ। ਕਹਿਣ ਲੱਗੇ ਨਹੀਂ, ਹਰ ਕੀ ਵਡਿਆਈ ਵੱਡੀ ਹੈ, ਅਪੁੱਛਿਆ ਦਾਨ ਦੇਵ ਕਾ। ਹਰ ਕੀ ਵਡਿਆਈ ਵੱਡੀ ਹੈ, ਅਪੁੱਛਿਆ ਦਾਨ ਦੇਵ ਕਾ। ਹਰਿ ਕੀਰਤਨ, ਹਰਿ ਕੀਰਤਨ ਹਰਿ ਕਾ, ਹਰਿ ਕੀਰਤਨ ਹਰਿ ਕਾ। ਹਰਿ ਕੀ ਵਡਿਆਈ ਵੱਡੀ ਹੈ, ਹਰਿ ਕੀ ਵਡਿਆਈ ਵੱਡੀ ਹੈ। ਹਰਿ ਕੀਰਤਨ ਹਰਿ ਕਾ, ਹਰਿ ਕੀਰਤਨ ਹਰਿ ਕਾ, ਹਰਿ ਕੀਰਤਨ ਹਰਿ ਕਾ। ਉਹਦੀਆਂ ਸਿਫਤਾਂ ਨੇ, ਗੁਰੂ ਨੇ ਬਾਣੀ ਵਿੱਚ ਆਖਿਆ, ਸਿਫਤੀ ਬਾਰੇ ਤੇਰੇ ਭੰਡਾਰਾ, ਤੇਰੇ ਭੰਡਾਰ ਸਿਫਤਾਂ ਨਾਲ ਭਰੇ ਪਏ ਨੇ। ਜਿਹਦੇ ਕੋਲ ਇੰਨੇ ਭੰਡਾਰ ਸਿਫਤਾਂ ਦੇ ਹੋਣ, ਉਹ ਸਿਫਤਾਂ ਖਰੀਦਦਾ ਨਹੀਂ। ਉਹ ਸਿਫਤਾਂ ਕਰਨ ਵਾਲਿਆਂ ਦਾ ਮੁਹਤਾਜ ਵੀ ਨਹੀਂ ਹੁੰਦਾ। ਇੰਨੇ ਭੰਡਾਰ ਨੇ ਉਹਦੇ ਕੋਲ ਸਿਫਤਾਂ ਦੇ। ਪਰ ਉਹਦੀਆਂ ਸਿਫਤਾਂ ਜਿਹੜੀਆਂ ਨੇ, ਅਸੀਂ ਉਹਦੀਆਂ ਗੱਲਾਂ ਜ਼ਰੂਰ ਕਰਨੇ ਆ, ਪਰ ਉਹਦੀਆਂ ਸਿਫਤਾਂ ਸਾਨੂੰ ਮੁਆਫਕ ਨਹੀਂ ਆਉਂਦੀਆਂ। ਉਹਨੇ ਧਰਮ ਦੇ ਨਾਮ ਥੱਲੇ ਨਿਆਂ ਕਰਨਾ, ਅਸੀਂ ਧਰਮ ਦੇ ਪਰਦੇ ਉਹਲੇ ਅਨਿਆਏ ਕਰਨਾ। ਆ ਫਰਕ ਹੈ। ਉਹਨੇ ਸਿਫਤਾਂ ਕਰਨ ਵਾਲਿਆਂ ਨੂੰ ਵੇਖਣਾ, ਇਹ ਮੇਰੀਆਂ ਸਿਫਤਾਂ ਖਰੀਦਦਾ ਤਾਂ ਨਹੀਂ,
ਅਸੀਂ ਸਿਫਤਾਂ ਖਰੀਦਣੀਆਂ ਨੇ। ਅਸੀਂ ਰੱਬ ਦੀਆਂ ਸਿਫਤਾਂ ਵੀ ਕਰੀਏ, ਪ੍ਰਬੰਧਕਾਂ ਦੀਆਂ ਸਿਫਤਾਂ ਵੀ ਕਰੀਏ, ਕਿਸੇ ਦੇਣ ਵਾਲੇ ਦੀ ਸਿਫਤ ਵੀ ਕਰੀਏ, ਤਾਂ ਕੇਵਲ ਇਸ ਲਈ ਕਿਉਂਕਿ ਸਾਨੂੰ ਖਰੀਦਦਾਰੀ ਦਾ ਸੁਭਾਅ ਹੈ। ਰੱਬ ਨਹੀਂ। ਇਹਨਾਂ ਸਾਰੀਆਂ ਗੱਲਾਂ ਤੋਂ ਉੱਚੇ ਉੱਠ ਕੇ ਹਰੀ ਕੀਰਤਨ ਹੁੰਦਾ ਹੈ, ਉਹਨੂੰ ਕਹਿੰਦੇ ਨੇ ਹਰੀ ਕੀਰਤਨ। ਤੇ ਗੁਰੂ ਨੇ ਇਸੇ ਲਈ ਕਹਿ ਦਿੱਤਾ, ਮੈਂ ਤੀਰਥਾਂ ਤੇ ਜਾਣਾ, ਗੁਰਦੁਆਰਿਆਂ ਵਿੱਚ ਜਾਣਾ, ਮੰਦਿਰਾਂ ਵਿੱਚ ਜਾਣਾ, ਪੰਡਤਾਂ ਨੂੰ ਬ੍ਰਾਹਮਣਾਂ ਨੂੰ ਦੇਖਣਾ, ਪਰ ਮੈਂ ਅਜੇ ਤੱਕ ਸੋਚੀ ਪਿਆ ਹੋਇਆ, ਸੋ ਅਸਥਾਨ ਬਤਾਵੋ ਮੀਤਾ ਜੰਗ ਕੇ ਹਰ ਹਰ ਕੀਰਤਨ ਦਿੱਤਾ। ਜਿੱਥੇ ਪ੍ਰਭੂ ਦੀ ਸਿਫਤ ਸਲਾਹ ਨੂੰ ਕੋਈ ਸਮਝ ਕੇ ਜਾਣ ਕੇ ਅਪਣਾ ਕੇ ਸਿਫਤ ਕਰਦਾ ਹੋਵੇ, ਇਹਨਾਂ ਸ਼ਬਦਾਂ ਨਾਲ ਖਿਮਾ ਦਾ ਜਾ ਚਿੱਖਾਂ। ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹਲਾ ਤੀਜਾ। ਆਨੰਦ ਕਿਉਂ ਕਾਰ ਸਤਿਗੁਰ ਪ੍ਰਸਾਦ, ਆਨੰਦ ਭਇ ਅਮਰਿ ਨਾਇ। ਸਤਿਗੁਰੂ ਆਏ, ਸਤਿਗੁਰੂ ਆਏ, ਸਤਿਗੁਰੂ ਆਏ, ਸਤਿਗੁਰੂ ਆਏ, ਸਤਿਗੁਰੂ ਆਏ, ਸਤਿਗੁਰੂ ਆਏ, ਸਤਿਗੁਰੂ